ਇਹ ਰਾਤਾਂ ਸੁਣੀਆਂ ਕਰਕੇ ਨਾ ਤੂੰ ਜਾ ਵੇ ਚਾਚਾ, ਤੂੰ ਕਿਹੜੇ ਪੈ ਗਿਆ ਰਾਹ ਵੇ ਚਾਚਾ। ਇਹ ਰਾਤਾਂ ਸੁਣੀਆਂ ਕਰਕੇ ਨਾ ਤੂੰ ਜਾ ਵੇ ਚਾਚਾ, ਤੂੰ ਕਿਹੜੇ ਪੈ ਗਿਆ ਰਾਹ ਵੇ ਚਾਚਾ। ਤੇਰੇ ਬਾਝੋਂ ਸਾਡੀ ਚਾਹ ਦੇ ਸਾਰੇ ਮੁੱਕ ਗਏ ਚਾਹ ਵੇ ਚਾਚਾ, ਤੂੰ ਕਿਹੜੇ ਪੈ ਗਿਆ ਰਾਹ ਵੇ ਚਾਚਾ। ਹੱਟੀ ਨਹੀਂ ਏਸੀ ਡੇਰਾ ਤੇਰਾ, ਹੱਟੀ ਨਹੀਂ ਏਸੀ ਡੇਰਾ ਤੇਰਾ, ਨਸ਼ਈ ਭੰਗੀ ਭਾਵੇਂ ਬੰਦਾ ਆਵੇ ਜਿਹੜਾ। ਹੱਟੀ ਨਹੀਂ ਏਸੀ ਡੇਰਾ ਤੇਰਾ, ਨਸ਼ਈ ਭੰਗੀ ਭਾਵੇਂ ਬੰਦਾ ਆਵੇ ਜਿਹੜਾ। ਤੂੰ ਨਹੀਂ ਸੀ ਕਦੀ ਖਾਲੀ ਮੋੜਿਆ, ਤੂੰ ਕਰਦਾ ਸੀ ਹਯਾ ਵੇ ਚਾਚਾ, ਤੂੰ ਕਿਹੜੇ ਪੈ ਗਿਆ ਰਾਹ ਵੇ ਚਾਚਾ। ਅਗਲਾ ਸ਼ੇਰ ਹੈ ਕਿ ਜੀ, ਤੇਰੇ ਚਾਹਨ ਵਾਲੇ ਸਾਰੇ ਬੇਬਸ ਹੋਏ, ਤੇਰੇ ਚਾਹਨ ਵਾਲੇ ਸਾਰੇ ਬੇਬਸ ਹੋਏ, ਕੋਈ ਚੁੱਪ ਵੱਟੇ ਕੋਈ ਰੋਏ। ਤੇਰੇ ਚਾਹਨ ਵਾਲੇ ਸਾਰੇ ਬੇਬਸ ਹੋਏ, ਕੋਈ ਚੁੱਪ ਵੱਟੇ ਕੋਈ ਰੋਏ। ਤੇਰੀ ਬਖਸ਼ਿਸ਼ ਲਈ ਕਰਦੇ ਸਾਰੇ ਦੁਆ ਵੇ ਚਾਚਾ, ਤੂੰ ਕਿਹੜੇ ਪੈ ਗਿਆ ਰਾਹ ਵੇ ਚਾਚਾ। ਅਗਲੇ ਜਹਾਨੀ ਵੀ ਜੇ ਚਾਹ ਦੀ ਨੇਮਤ ਹੋਏ, ਅਗਲੇ ਜਹਾਨੀ ਵੀ ਜੇ ਚਾਹ ਦੀ ਨੇਮਤ ਹੋਏ, ਅਸੀਂ ਭੱਲੇ ਦੀ ਹੱਟੀ ਲੱਭਣੀ। ਕਿਉਂਕਿ ਚਾਚੇ ਭੱਲੇ ਦਾ ਹੋਟਲ ਜਿਹੜਾ ਨਾ, ਭੱਲੇ ਦੇ ਹੋਟਲ ਦੇ ਨਾਮ ਤੇ ਮਸ਼ਹੂਰ ਆ ਕਿ ਅਗਲੇ ਜਹਾਨੀ ਵੀ ਜੇ ਚਾਹ ਦੀ ਨੇਮਤ ਹੋਵੇ, ਅਸੀਂ ਭੱਲੇ ਦੀ ਹੱਟੀ ਲੱਭਣੀ ਤੇ ਤੈਨੂੰ ਕਹਿਣਾ ਆਪਣੇ ਹੱਥੀ ਬਣਾ ਕੇ ਪਿਲਾ ਵੇ ਚਾਚਾ, ਤੂੰ ਕਿਹੜੇ ਪੈ ਗਿਆ ਰਾਹ ਵੇ ਚਾਚਾ। ਤੇਰੇ ਬਾਝੋਂ ਸਾਡੀ ਚਾਹ ਦੇ ਮੁੱਕ ਗਏ ਸਾਰੇ ਚਾਹ ਵੇ ਚਾਚਾ, ਤੂੰ ਕਿਹੜੇ ਪੈ ਗਿਆ ਰਾਹ ਵੇ ਚਾਚਾ। ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਨਾ ਜੀ, ਇਹ ਚਾਚਾ ਭੱਲੇ ਵਾਸਤੇ ਹੈ। ਚਾਚਾ ਭੱਲੇ ਕੋ ਅਸੀਂ ਤਕਰੀਬਨ ਪਿਛਲੇ 5-6 ਸਾਲਾਂ ਤੋਂ ਲਗਾਤਾਰ ਚਾਹ ਪੀਣ ਆ ਰਹੇ ਹਾਂ ਤੇ ਰੋਜ਼ ਰਾਤ ਨੂੰ ਤਕਰੀਬਨ ਅਸੀਂ 10-11 ਵਜੇ ਆਣਾ ਹੁੰਦਾ ਤੇ ਅਸੀਂ ਤਕਰੀਬਨ ਵਾਪਸ 12-1 ਵਜੇ ਜਾਂਦੇ ਸੀ। ਤੇ 5-6 ਸਾਲਾਂ ਤੋਂ ਸਾਡਾ ਇਹੀ ਜਿਹੜਾ ਨਾ ਸ਼ਡਿਊਲ ਹੁੰਦਾ ਰਾਤ ਨੂੰ ਕਿ ਸਾਡੀ ਰਾਤ ਦੇ ਜਿਹੜੇ ਐਂਡ ਵਾਲੇ 1-2 ਘੰਟੇ ਨਾ ਉਹ ਇੱਥੇ ਚਾਚਾ ਭੱਲੇ ਦੇ ਹੋਟਲ ਤੇ ਹੀ ਗੁਜ਼ਰਨੇ ਆ। ਤੇ ਆਪਣੀ ਸਟੂਡੈਂਟ ਲਾਈਫ ਯਾਨੀ ਕਿ BS ਦੇ ਅਸੀਂ ਜਿਹੜੇ ਨਾ ਉਹ ਸਾਲ ਵੀ ਇੱਥੇ ਹੀ ਗੁਜ਼ਾਰੇ ਆ। ਤੇ ਉਹ ਚਾਚੇ ਦੇ ਹੋਟਲ ਤੇ ਬੜੀਆਂ ਸਾਡੀਆਂ ਕੀਮਤੀ ਯਾਦਾਂ ਜੁੜੀਆਂ ਹੋਈਆਂ। ਤੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 15 ਦਿਨ ਪਹਿਲੇ ਚਾਚਾ ਭੱਲੇ ਦਾ ਇੰਤਕਾਲ ਹੋ ਗਿਆ। ਤੇ ਚਾਚਾ ਭੱਲੇ ਦੇ ਨਾਲ ਹੀ ਇਸ ਚੌਕ ਦੇ ਵਿੱਚ ਰੌਣਕਾਂ ਸੀ, ਅੱਡਾ ਸਾਡਾ ਮਸ਼ਹੂਰ ਆ। ਤੇ ਚਾਚਾ ਭੱਲੇ ਦੇ ਜਾਣ ਤੋਂ ਬਾਅਦ ਉਹ ਰੌਣਕਾਂ ਨਹੀਂ ਰਹੀਆਂ, ਮਤਲਬ ਕਿ ਚੌਕ ਤੇ ਚੱਲ ਰਿਹਾ ਵਾ ਲੇਕਿਨ ਜੋ ਬੰਦਿਆਂ ਦੀ ਚਾਹਤ, ਜੋ ਬੰਦਿਆਂ ਦਾ ਪਿਆਰ ਚਾਚਾ ਭੱਲੇ ਦੇ ਨਾਲ ਸੀ ਨਾ, ਉਹ ਕਿਸੇ ਹੋਰ ਦੇ ਨਾਲ ਨਹੀਂ ਹੋ ਸਕਦਾ। ਤੇ ਚਾਚਾ ਦਿਲ ਦਾ ਵੀ ਬਹੁਤ ਅੱਛਾ ਇਨਸਾਨ ਸੀ, ਜਿੰਨੀ ਅਸੀਂ ਤਾਰੀਫ ਕਰ ਲਈ ਨਾ ਚਾਚੇ ਦੀ ਉਨੀ ਹੀ ਘੱਟ ਆ। ਹਾਲਾਂਕਿ ਅਸੀਂ ਸ਼ੁਰੂ ਤੋਂ ਜਦੋਂ ਆਨੇ ਸੀ ਨਾ ਚਾਚੇ ਕੋਲ, ਤੁਸੀਂ ਚਾਚੇ ਨੂੰ ਸੁਣਨਾ ਕਿ ਚਾਚਾ ਨਾ ਗਾਲਾਂ ਕੱਢ ਦਿੰਦਾ ਨਸ਼ਈਆਂ ਨੂੰ, ਤੇ ਅਸੀਂ ਨਾ ਹੱਸਣਾ ਚਾਚੇ ਦੀ ਗਾਲਾਂ ਸੁਣ ਕੇ ਕਿ ਚਾਚਾ ਨਾ ਨਸ਼ਈਆਂ ਨੂੰ ਗਾਲਾਂ ਕੱਢਦਾ ਰਹਿੰਦਾ। ਤੇ ਇੱਕ ਦਿਨ ਅਸੀਂ ਏਦਾਂ ਹੀ ਬੈਠੇ ਹੋਏ ਤੇ ਇੱਕ ਬੰਦਾ ਸਾਡੇ ਕੋਲ ਆ ਕੇ ਬੈਠਾ ਤੇ ਕਹਿੰਦਾ, ਯਾਰ ਭੱਲਾ ਮੇਰਾ ਨਾ ਬਹੁਤ ਪੁਰਾਣਾ ਯਾਰ ਆ ਤੇ ਇਹਦੀ ਆਦਤ ਆ ਸ਼ੁਰੂ ਤੋਂ ਹੀ ਕਿ ਇਹਨੇ ਨਸ਼ਈਆਂ ਨੂੰ ਗਾਲਾਂ ਗੂਲਾਂ ਵੀ ਕੱਢ ਲੈਣੀਆਂ ਵਾ ਕਿਉਂਕਿ ਉਹ ਤੰਗ ਕਰਦੇ ਆ ਗਏ, ਲੇਕਿਨ ਬਾਅਦ ਚੋਂ ਇਹਨੇ ਉਹਨਾਂ ਨੂੰ ਆਵਾਜ਼ ਮਾਰ ਕੇ ਨਾ ਵਾਪਸ ਬੁਲਾ ਲੈਣਾ ਕਿ ਆਜੋ ਚਾਹ ਪੀ ਲਓ। ਤੇ ਵਾਕਈ ਇਦਾਂ ਹੀ ਆ ਕਿ ਜਦੋਂ ਵੀ ਨਸ਼ਈ ਚਾਚੇ ਨੂੰ ਆ ਕੇ ਤੰਗ ਕਰਦੇ ਸੀ ਨਾ, ਚਾਚੇ ਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਕਿ ਤੁਸੀਂ ਜਿਹੜਾ ਨਾ ਮੈਨੂੰ ਤੰਗ ਕਰਦੇ ਜਾ ਕੇ ਨਸ਼ਾ ਕਰਕੇ ਇੱਥੇ ਆ ਕੇ ਬਹਿ ਜਾਂਦੇ ਜੇ ਹੋਟਲ ਤੇ। ਕਿਉਂਕਿ ਉਹ ਉਹਨਾਂ ਨੂੰ ਕੋਈ ਹੋਰ ਬੰਦਾ ਚਾਹ ਨਹੀਂ ਸੀ ਪਿਲਾਉਂਦਾ ਪੂਰੇ ਸ਼ਹਿਰ ਦੇ ਵਿੱਚ। ਉਹ ਵਾਹਦ ਨਸ਼ਈਆਂ ਦਾ ਡੇਰਾ ਵੀ ਇਹੀ ਸੀ ਕਿ ਉਹ ਚਾਚੇ ਦੇ ਭੱਲੇ ਦੇ ਹੋਟਲ ਤੋਂ ਹੀ ਉਹਨਾਂ ਨੂੰ ਚਾਹ ਮਿਲਦੀ ਸੀ। ਤੇ ਨਸ਼ਈਆਂ ਨੂੰ ਤਾਂ ਚਾਚਾ ਬੜੀ ਇੱਜ਼ਤ ਨਾਲ ਚਾਹ ਪਿਲਾਉਂਦਾ ਸੀ, ਲੇਕਿਨ ਦੂਜੇ ਜਿਹੜੇ ਸ਼ਹਿਰ ਦੇ ਬੰਦੇ ਨਾ ਉਹਨਾਂ ਨਾਲ ਚਾਚੇ ਦਾ ਵਾਧੂ ਹੀ ਪਿਆਰ ਸੀ। ਹੁਣ ਅਸੀਂ ਸਟੂਡੈਂਟ ਲਾਈਫ ਦੇ ਇੱਥੇ ਆਉਂਦੇ ਹਾਂ ਤਾਂ ਚਾਚੇ ਨੇ ਸਾਡੇ ਨਾਲ ਬਹੁਤ ਹੀ ਜਿਹੜਾ ਨਾ ਅੱਛਾ ਸਲੂਕ ਕੀਤਾ, ਸਾਨੂੰ ਬਹੁਤ ਜ਼ਿਆਦਾ ਇੱਜ਼ਤ ਦਿੱਤੀ। ਅਸੀਂ ਜਦੋਂ ਵੀ ਆਣਾ ਸਾਡੇ ਵਾਸਤੇ ਫੱਟੇ ਕੁਰਸੀਆਂ ਖਾਲੀ ਕਰਾ ਦੇਣੀਆਂ, ਉਹਨਾਂ ਨੇ ਕਹਿਣਾ ਜੀ ਆ ਮੁੰਡੇ ਆਏ ਆ, ਇਹਨਾਂ ਵਾਸਤੇ ਕੁਰਸੀਆਂ ਖਾਲੀ ਕਰ ਦਿਓ। ਤੇ ਰੇਟ ਵੀ ਚਾਚੇ ਨੇ ਜਿਹੜਾ ਨਾ ਸਾਨੂੰ ਦੂਜਿਆਂ ਨਾਲੋਂ ਘੱਟ ਲਾਉਣਾ, ਮਤਲਬ ਸਟੂਡੈਂਟ ਪੈਕੇਜ ਦੇਣਾ ਸਾਨੂੰ। ਅਗਰ ਚਾਹ ਉਦੋਂ 40 ਰੁਪਏ ਦੇ ਚਾਚੇ ਨੇ ਸਾਡੇ ਕੋਲ 30 ਲੈਣੇ, ਫਿਰ ਜਿਹੜੀ ਚਾਹ 50 ਰੁਪਏ ਦੀ ਹੋ ਗਈ ਤੇ ਚਾਚੇ ਨੇ ਸਾਡੇ ਕੋਲ 40 ਲੈਂਦਾ ਰਿਹਾ, ਫਿਰ ਚਾਹ 60 ਦੀ ਹੋਈ ਤੇ ਚਾਚਾ ਸਾਡੇ ਕੋਲ 50 ਲੈਂਦਾ ਰਿਹਾ। ਤੇ ਇਸ ਤਰ੍ਹਾਂ ਮਤਲਬ ਕਿ ਚਾਚਾ ਅਸੀਂ ਫਿਰ ਜਦੋਂ ਕਮਾਉਣਾ ਸ਼ੁਰੂ ਕਰਦਾ, ਸਾਡੀ ਡਿਗਰੀਆਂ ਮੁਕੰਮਲ ਹੋ ਗਈਆਂ ਤੇ ਅਸੀਂ ਫਿਰ ਚਾਚੇ ਨੇ ਵੀ ਕਿਹਾ, ਚਾਚਾ ਜੀ ਹੁਣ ਸਾਡੇ ਕੋਲ ਪੂਰੇ ਪੈਸੇ ਲੈ ਲਿਆ ਕਰੋ। ਲੇਕਿਨ ਚਾਚੇ ਨੇ ਕਿਹਾ ਨਹੀਂ ਯਾਰ ਕੋਈ ਨਹੀਂ ਪੈਸਿਆਂ ਦੀ ਗੱਲ। ਤੇ ਚਾਚਾ ਸਾਨੂੰ ਫਿਰ ਵੀ ਸਟੂਡੈਂਟ ਪੈਕੇਜ ਹੀ ਲਾਉਂਦਾ ਰਿਹਾ। ਤੇ ਉਸ ਤੋਂ ਇਲਾਵਾ ਚਾਚੇ ਦੀ ਨਾ ਇੱਕ ਹੋਰ ਤੁਹਾਨੂੰ ਮੈਂ ਗੱਲ ਮੈਨੂੰ ਯਾਦ ਆ ਗਈ ਕਿ ਚਾਚੇ ਨੇ ਨਾ ਕਦੀ ਵੀ ਆਪਣੇ ਨਾ ਇਸ ਬਿਜ਼ਨਸ ਦੇ ਵਿੱਚ ਕੰਪਰੋਮਾਈਜ਼ ਨਹੀਂ ਕੀਤਾ, ਮਿਆਰ ਤੇ ਕਦੀ ਕੰਪਰੋਮਾਈਜ਼ ਨਹੀਂ ਸੀ ਕੀਤਾ। ਉਹਦੀ ਮਿਸਾਲ ਇੱਕ ਕਿੱਦਾਂ ਕਿ ਇੱਕ ਦਫਾ ਨਾ ਅਸੀਂ ਆਏ ਤੇ ਚਾਚੇ ਨੇ ਕਿਹਾ ਕਿ ਯਾਰ ਨਾ ਅੱਜ ਚਾਹ ਨਹੀਂ ਹੈਗੀ। ਅਸੀਂ ਕਿਹਾ ਕਿਉਂ ਚਾਚਾ ਜੀ? ਕਹਿੰਦਾ ਯਾਰ ਅੱਜ ਨਾ ਦੁੱਧ ਨਾ ਖਰਾਬ ਹੋ ਗਿਆ, ਫੁੱਟ ਗਿਆ ਦੁੱਧ।
ਤੇ ਸਾਡੇ ਚੋਂ ਇੱਕ ਮੁੰਡਾ ਬੋਲਿਆ, ਕਹਿੰਦਾ ਕਿ ਚਾਚਾ ਜੀ ਫੁੱਟ ਗਿਆ, ਤੇ ਕਈ ਤੇ ਹੋਟਲਾਂ ਵਾਲੇ ਨਾ ਫੁੱਟੇ ਦੁੱਧ ਨਾਲ ਵੀ ਚਾਹ ਬਣਾ ਕੇ ਤੇ ਉਹਨਾਂ ਕੋਈ ਤਰੀਕਾ ਹੁੰਦਾ ਉਹ ਪਿਲਾਈ ਜਾਂਦੇ, ਪਤਾ ਨਹੀਂ ਚੱਲਦਾ। ਚਾਚਾ ਕਹਿੰਦਾ ਤਰੀਕਾ ਮੈਨੂੰ ਵੀ ਪਤਾ ਵਾ ਕਿ ਉਹਦੇ ਵਿੱਚ ਕੋਈ ਨਮਕ ਸ਼ਮਕ ਜਾਂ ਕੋਈ ਚੀਜ਼ ਵਿੱਚ ਸੋਡਾ ਵਗੈਰਾ ਐਡ ਕਰਕੇ ਨਾ ਤੇ ਉਹ ਫਟੇ ਦੁੱਧ ਦੀ ਵੀ ਚਾਹ ਲੋਕੀ ਪਿਲਾਈ ਜਾਂਦੇ ਆ, ਤੇ ਬਾਕੀ ਬਿਲਕੁਲ ਪਤਾ ਨਹੀਂ ਚੱਲਦਾ। ਤੇ ਕਹਿੰਦਾ ਲੇਕਿਨ ਨਹੀਂ ਯਾਰ ਮੇਰਾ ਜ਼ਮੀਰ ਨਹੀਂ ਮੰਨਦਾ। ਕਹਿੰਦਾ ਕੋਈ ਗੱਲ ਨਹੀਂ, ਜਿਹੜਾ ਨਾ 2-2.5 ਮਣ ਦੀ ਕਿਹੜੀ ਗੱਲ ਆ, ਤੁਸੀਂ ਇਹ ਦੇਖ ਲਓ ਕਿ 2-2.5 ਮਣ ਮਤਲਬ ਜਿਹੜਾ ਦੁੱਧ ਆ ਉਹ ਕਿੰਨਾ ਜ਼ਿਆਦਾ ਹੁੰਦਾ, ਲੇਕਿਨ ਚਾਚੇ ਨੇ ਉਹਦੀ ਪਰਵਾਹ ਨਹੀਂ ਕੀਤੀ। ਉਹਨੇ ਕਿਹਾ ਜੀ ਨਹੀਂ ਮੈਂ ਨਹੀਂ ਪਿਲਾਉਣਾ ਆਪਣੇ ਕਸਟਮਰਾਂ ਨੂੰ, ਚਾਹ ਨਹੀਂ ਅੱਜ ਪਿਲਾਣੀ। ਉਹ 2-2.5 ਮਣ ਜਿਹੜਾ ਦੁੱਧ ਨਾ ਉਹ ਜ਼ਾਇਆ ਕਰ ਦੇਣਾ। ਮਤਲਬ ਕਿ ਚਾਚੇ ਦੇ ਜਿੰਨੀਆਂ ਸਿਫਤਾਂ ਕਰੀਏ, ਜਿੰਨੀਆਂ ਤਾਰੀਫਾਂ ਕਰੀਏ ਨਾ, ਓਨੀਆਂ ਹੀ ਘੱਟ ਆ। ਤੇ ਇਹ ਨਜ਼ਮ ਵੀ ਜਿਹੜੀ ਨਾ ਚਾਚੇ ਵਾਸਤੇ ਹੀ ਲਿਖੀ ਗਈ ਆ। ਹਾਲਾਂਕਿ ਸਾਡਾ ਚਾਚੇ ਦੇ ਨਾਲ ਨਾ ਕੋਈ ਖੂਨੀ ਰਿਸ਼ਤਾ ਨਹੀਂ ਹੈ, ਲੇਕਿਨ ਸਾਡਾ ਚਾਚੇ ਦੇ ਨਾਲ ਇੱਕ ਬੜਾ ਗਹਿਰਾ ਦਿਲ ਦਾ ਰਿਸ਼ਤਾ, ਜਜ਼ਬਾਤੀ ਰਿਸ਼ਤਾ। ਜਦੋਂ ਕਹਿੰਦੇ ਨਾ ਕਿ ਜੀ ਅੱਜ ਕੱਲ ਖੂਨ ਦੇ ਰਿਸ਼ਤਿਆਂ ਦੇ ਵਿੱਚ ਜਜ਼ਬਾਤ ਨਹੀਂ ਮਿਲਦੇ, ਲੇਕਿਨ ਜਜ਼ਬਾਤ ਦੇ ਰਿਸ਼ਤਿਆਂ ਵਿੱਚ ਇਦਾਂ ਲੱਗਦਾ ਕਿ ਜਿੱਦਾਂ ਨਾ ਖੂਨ ਦੌੜ ਰਿਹਾ। ਤੇ ਚਾਚੇ ਦੇ ਨਾਲ ਜਿਹੜਾ ਨਾ ਸਾਡੇ ਜਜ਼ਬਾਤ ਜੁੜੇ ਹੋਏ ਨਾ, ਉਹ ਚਾਚੇ ਦੇ ਇੰਤਕਾਲ ਤੋਂ ਬਾਅਦ ਨਾ ਅਸੀਂ ਬਿਆਨ ਨਹੀਂ ਕਰ ਸਕਦੇ। ਕਿਉਂਕਿ ਪਹਿਲੇ ਤੇ ਸਾਡਾ ਪੂਰਾ ਗਰੁੱਪ ਹੁੰਦਾ ਸੀ, ਹੁਣ ਰਹਿ ਵੀ ਅਸੀਂ 2 ਜਾਣੇ ਗਏ। ਸਾਰਾ ਗਰੁੱਪ ਜਿਹੜਾ ਨਾ, ਕੋਈ ਆਊਟ ਆਫ ਕੰਟਰੀ ਮੁੰਡੇ ਚਲੇ ਗਏ, ਕੁਝ ਆਊਟ ਆਫ ਸਿਟੀ ਚਲੇ ਗਏ ਸਾਡੇ ਗਰੁੱਪ ਦੇ, ਤੇ ਮੈਂ ਤੇ ਜਿਮੀ ਹੀ ਰਹਿ ਗਏ। ਤੇ ਅੱਜ ਇਹ ਜਿਹੜੀ ਨਜ਼ਮ ਹੈ ਨਾ, ਹੁਣ ਮੈਂ ਤੁਹਾਨੂੰ ਮੁਕੰਮਲ ਸੁਣਾਉਣਾ ਚਾਚਾ ਭੱਲੇ ਦੇ ਵਾਸਤੇ। ਚਾਚਾ ਸਾਡੀ ਦਿਲੋਂ ਦੁਆ ਵਾ ਕਿ ਅੱਲਾਹ ਤਾਲਾ ਮਗਫਰਤ ਫਰਮਾਏ ਚਾਚੇ ਦੀ, ਅੱਲਾਹ ਤਾਲਾ ਬਖਸ਼ਿਸ਼ ਫਰਮਾਏ, ਅੱਲਾਹ ਤਾਲਾ ਚਾਚੇ ਨੂੰ ਜन्नत ਚ ਘਰ ਅਤਾ ਫਰਮਾਏ। ਤੇ ਜਿਹੜੇ ਵੀ ਮੇਰੇ ਦੋਸਤ ਇਹ ਵੀਡੀਓ ਦੇਖ ਰਹੇ ਆ, ਉਹਨਾਂ ਨਾਲ ਵੀ ਮੇਰੀ ਗੁਜ਼ਾਰਿਸ਼ ਹੈ ਕਿ ਚਾਚਾ ਭੱਲੇ ਵਾਸਤੇ ਜਿਹੜਾ ਨਾ ਮਗਫਰਤ ਦੀ ਦੁਆ ਕਰੋ, ਉਹਨਾਂ ਦੀ ਬਖਸ਼ਿਸ਼ ਲਈ ਦੁਆ ਕਰਨਾ। ਬਹੁਤ ਸ਼ੁਕਰੀਆ।